वेलकम और वेलकम बैक टू माई चैनल BA ਸਮੈਸਟਰ 6 पंजाबी लाजमी की वीडियो सीरीज़ ਦੇ ਵਿੱਚ ਅੱਜ ਆਪਾਂ 8th ਨੰਬਰ ਟੌਪਿਕ ਕਵਰ ਕਰਾਂਗੇ ਲੋਕ ਕਹਾਣੀਆਂ ਦੀ ਖਾਨਾਬਦੋਸ਼ੀ। ਲੋਕ ਕਹਾਣੀਆਂ ਜਿਹੜੀਆਂ ਆਪਾਂ ਦਾਦੀ ਨਾਨੀ ਦੀਆਂ ਬਾਤਾਂ ਸੁਣਦੇ ਸੀ, ਸੋ ਉਹਨਾਂ ਨੂੰ ਹੀ ਇੱਕ ਤਰ੍ਹਾਂ ਲੋਕ ਕਹਾਣੀਆਂ ਕਿਹਾ ਜਾਂਦਾ। ਖਾਨਾਬਦੋਸ਼ੀ ਦਾ ਮਤਲਬ ਹੈ ਕਿ ਇਹ ਗੁੰਮਨਾਮ ਹੋ ਗਈਆਂ ਨੇ। ਅਸਲੀ ਓਰੀਜੀਨੇਸ਼ਨ ਇਹਦੀ ਅਸਲੀ ਉਤਪਤੀ ਜਿਸ ਬੰਦੇ ਨੇ ਕੀਤੀ ਸੀ ਜਾਂ ਜਿੱਥੋਂ ਦੀ ਜਿਸ ਰੀਜ਼ਨ 'ਚ ਹੋਈ ਸੀ ਹੈ ਨਾ, ਤਾਂ ਇਹ ਖਤਮ ਹੋ ਗਈ ਕਿਉਂਕਿ ਇਹ ਕਈ ਥਾਵਾਂ 'ਤੇ ਪਹੁੰਚ ਗਈਆਂ ਨੇ। ਹੁਣ ਦੇਖੋ ਜੇ ਆਪਾਂ ਦੇਖਦੇ ਹਾਂ ਤਾਂ ਯੂਨਾਨ ਦੀ ਲੂਣਾ ਹੈ ਨਾ, ਇਹ ਵੀ ਲੋਕ ਕਹਾਣੀ ਹੋਈ ਹੈ, ਲੇਕਿਨ ਇਹ ਯੂਨਾਨ ਤੋਂ ਇੱਥੇ ਤੱਕ ਆਪਾਂ ਪੜ੍ਹਦੇ ਹਾਂ ਹੈ ਨਾ। ਬਾਹਰ ਦੀਆਂ ਕਹਾਣੀਆਂ ਆਪਾਂ ਇੱਥੇ ਪੜ੍ਹਦੇ ਹਾਂ, ਆਪਣੀਆਂ ਪੰਜਾਬ ਦੀਆਂ ਕਹਾਣੀਆਂ, ਇੰਡੀਆ ਦੀਆਂ ਕਹਾਣੀਆਂ ਜਿਹੜੀਆਂ ਹੋਰ ਜਗ੍ਹਾ 'ਤੇ ਜਿਹੜੀਆਂ ਨੇ, ਜਿਹੜੀਆਂ ਵੀ ਲੋਕ ਕਹਾਣੀਆਂ ਨੇ ਹੋਰ ਜਗ੍ਹਾ 'ਤੇ ਜਿਹੜੀਆਂ ਨੇ ਪੜ੍ਹੀਆਂ ਜਾਂਦੀਆਂ ਨੇ, ਸੁਣੀਆਂ ਜਾਂਦੀਆਂ ਨੇ। ਤਾਂ ਇਹ ਖਾਨਾਬਦੋਸ਼ੀ ਹੋ ਰਹੀ ਹੈ ਕਿਉਂਕਿ ਇਹਨਾਂ ਦਾ ਆਪਦੀ ਅਸਲੀਅਤ ਜਿਹੜੀ ਹੈ ਉਹ ਗੁੰਮਨਾਮ ਹੋ ਗਈ ਆ। ਤਾਂ ਇੰਪੋਰਟੈਂਟ ਟੌਪਿਕ ਹੈ। ਇਸ ਤੋਂ ਪਹਿਲੀ ਜਿਹੜੀ ਪਲੇਲਿਸਟ ਹੈ ਆਲਰੇਡੀ ਬਣੀ ਹੋਈ ਹੈ, ਹੋਰ ਸਬਜੈਕਟਸ ਦੀ ਵੀ ਪਲੇਲਿਸਟ ਬਣੀ ਹੋਈ ਹੈ, ਉਹਨਾਂ ਨੂੰ ਵੀ ਚੈੱਕਆਊਟ ਜ਼ਰੂਰ ਕਰਿਓ। ਸਪੋਰਟ ਕਰੋ, ਵੱਧ ਤੋਂ ਵੱਧ ਚੈਨਲ ਨੂੰ ਸ਼ੇਅਰ ਕਰੋ ਤਾਂ ਕਿ ਮੈਨੂੰ ਵੀ ਮੋਟੀਵੇਸ਼ਨ ਮਿਲੇ, ਮੈਂ ਤੁਹਾਡੇ ਲਈ ਜਲਦੀ ਵੀਡੀਓਜ਼ ਲੈ ਕੇ ਆਉਂਦੀ ਰਹਾਂ। ਸੋ ਸਟਾਰਟ ਕਰਦੇ ਹਾਂ ਅੱਜ ਦਾ ਵੀਡੀਓ। ਲੋਕ ਕਹਾਣੀਆਂ ਦੀ ਖਾਨਾਬਦੋਸ਼ੀ ਨਿਬੰਧ ਜਿਹੜਾ ਹੈ ਡਾਕਟਰ ਜੋਗਿੰਦਰ ਸਿੰਘ ਕੈਰੋਂ ਦਾ ਲਿਖਿਆ ਹੋਇਆ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਹਰੇਕ ਰਾਈਟਰ ਦਾ ਪਤਾ ਹੋਣਾ ਚਾਹੀਦਾ ਹੈ ਕਿਹੜਾ ਨਿਬੰਧ ਲੇਖ ਜਿਹੜਾ ਹੈਗਾ ਕਿਹੜੇ ਰਾਈਟਰ ਨੇ ਲਿਖਿਆ, ਠੀਕ ਹੈ। ਸੋ ਇੱਕ ਪੇਜ ਦੇ ਉੱਤੇ ਇਹਨੂੰ ਜ਼ਰੂਰ ਲਿਖ ਲਓ ਜਿੱਥੇ ਵੀ ਤੁਸੀਂ ਆਪਣੇ ਨੋਟਸ ਬਣਾ ਰਹੇ ਹੋ। ਤੋ ਇਸ ਦਾ ਵਿਸ਼ਾ ਲੋਕ ਕਹਾਣੀਆਂ ਦੀ ਉਤਪੱਤੀ, ਕਿ ਲੋਕ ਕਹਾਣੀਆਂ ਜਿਹੜੀਆਂ ਨੇ ਇਹ ਉਤਪੰਨ ਕਿੱਦਾਂ ਹੁੰਦੀਆਂ ਨੇ, ਇਹਨਾਂ ਦਾ ਸਰੂਪ ਕਿੱਦਾਂ ਦਾ, ਇਹਨਾਂ ਦੀਆਂ ਕਿਸਮਾਂ ਇੱਕ ਥਾਂ ਤੋਂ ਦੂਜੀ ਥਾਂ ਕਿੱਦਾਂ ਪਹੁੰਚਦੀਆਂ ਨੇ ਅਤੇ ਹੁਣ ਉਹਨਾਂ ਦੀ ਸਥਿਤੀ ਕਿਵੇਂ ਦੀ ਹੈ ਅਤੇ ਇਸ ਸਥਿਤੀਆਂ ਦੇ ਮੁਤਾਬਕ ਉਹਨਾਂ ਦਾ ਰੂਪਾਂਤਰਨ ਹੋ ਗਿਆ, ਠੀਕ ਹੈ। ਸੋ ਇਸ ਦਾ ਵਿਸ਼ਾ ਪੇਸ਼ ਕਰਨਾ ਹੀ ਜਿਹੜਾ ਹੈ ਡਾਕਟਰ ਜੋਗਿੰਦਰ ਸਿੰਘ ਕੈਰੋਂ ਦਾ ਮੇਨ ਜਿਹੜਾ ਹੈ ਮੁੱਦਾ ਹੈਗਾ। ਤਾਂ ਲੋਕ ਕਹਾਣੀ ਹੁੰਦੀ ਕੀ ਹੈ? ਲੋਕ ਕਹਾਣੀ ਦਾ ਸ਼ਬਦ ਜਿਹੜਾ, ਇਹ ਲੋਕ ਕਹਾਣੀ ਸ਼ਬਦ ਜਿਹੜਾ ਹੈ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਫੋਕ ਟੇਲ ਤੋਂ ਉਤਪੰਨ ਹੋਇਆ। ਫੋਕ ਟੇਲਸ, ਠੀਕ ਹੈ। ਫੋਕ ਦਾ ਮਤਲਬ ਲੋਕ, ਟੇਲਸ ਦਾ ਮਤਲਬ ਕੀ ਹੈਗਾ? ਛੋਟੀਆਂ ਜਿਹੜੀਆਂ ਆਪਾਂ ਕਥਾਵਾਂ ਸੁਣਦੇ ਹਾਂ, ਦਾਦੀ ਨਾਨੀ ਦੀਆਂ ਬਾਤਾਂ, ਸੋ ਉਹਨੂੰ ਆਪਾਂ ਕਥਾਵਾਂ ਕਹਿ ਦਿੰਦੇ ਹਾਂ, ਠੀਕ ਹੈ। ਸੋ ਫੋਕ ਟੇਲ ਦਾ ਸਮਾਨਾਰਥੀ ਸ਼ਬਦ ਹੈ। ਪੰਜਾਬੀ ਵਿੱਚ ਲੋਕ ਕਹਾਣੀ ਦੇ ਸਮਾਨਾਰਥੀ ਸ਼ਬਦ ਪਰੰਪਰਾ ਤੋਂ ਸਾਡੇ ਨਾਲ ਜੁੜੇ ਹੋਏ ਹਨ ਕਿਉਂਕਿ ਅਸੀਂ ਦਾਦੀ ਨਾਨੀ ਦੀਆਂ ਬਾਤਾਂ ਸੁਣਦੇ ਹੁੰਦੇ ਸੀ। ਬਾਤਾਂ, ਕਥਾਵਾਂ, ਵਾਰਤਾ, ਸਾਕੇ, ਹੈ ਨਾ। ਤੁਸੀਂ ਜਿਵੇਂ ਆਪਣਾ ਮਾਤਾ ਗੁਜਰੀ ਜੀ ਨੇ ਜਦੋਂ ਛੋਟੇ ਸਾਹਿਬਜ਼ਾਦੇ ਨੂੰ ਇਹਨਾਂ ਦੀ ਕੁਰਬਾਨੀ ਹੋਣੀ ਸੀਗੀ ਹੈ ਨਾ, ਉਸ ਟਾਈਮ ਸ਼ਹੀਦੀ ਹੋਣੀ ਸੀ, ਤਾਂ ਉਸ ਤੋਂ ਪਹਿਲਾਂ ਜਿਹੜਾ ਸੀਗਾ ਉਹਨਾਂ ਦੇ ਦਾਦੀ ਮਾਤਾ ਗੁਜਰੀ ਜੀ, ਉਹਨਾਂ ਨੂੰ ਸਾਰੀ ਰਾਤ ਜਿਹੜੀਆਂ ਸੀ ਬਾਤਾਂ ਸੁਣਾਈ ਗਏ ਨੇ, ਠੀਕ ਹੈ। ਵੀਰਤਾ ਭਰੇ ਜਿਹੜੇ ਸੀਗੇ ਉਹਨਾਂ ਨੂੰ ਕਿੱਸੇ ਸੁਣਾਉਂਦੇ ਰਹੇ ਨੇ। ਤਾਂ ਇਹ ਕੀ ਸੀਗੀਆਂ? ਫੋਕ ਟੇਲਸ ਉਸ ਟਾਈਮ ਵੀ। ਅਤੇ ਬਹੁਤ ਪੁਰਾਣੇ ਸਮੇਂ ਤੋਂ ਸਾਡੇ ਨਾਲ ਨੇ। ਬੀਤੇ ਸਮੇਂ ਵਿੱਚ ਲੋਕ ਕਹਾਣੀ ਲਈ ਬਾਤ ਸ਼ਬਦ ਦੀ ਵੀ ਵਰਤੋਂ ਹੁੰਦੀ ਸੀ, ਪਰ ਬਾਤਾਂ ਜਿਹੜੀਆਂ ਨੇ ਦੋ ਕਿਸਮ ਦੀਆਂ ਹੁੰਦੀਆਂ ਨੇ, ਇੱਕ ਲੰਬੀਆਂ ਬਾਤਾਂ, ਇੱਕ ਬੁੱਝਣ ਵਾਲੀਆਂ ਬਾਤਾਂ, ਹੈ ਨਾ। ਤਾਂ ਬੁੱਝਣ ਵਾਲੀਆਂ ਬਾਤਾਂ ਜਿਹੜੀਆਂ ਹੁੰਦੀਆਂ 4-4 ਲਾਈਨਾਂ ਦੀਆਂ ਹੁੰਦੀਆਂ, ਲੇਕਿਨ ਲੰਬੀਆਂ ਬਾਤਾਂ ਹੁੰਦੀਆਂ ਸਟੋਰੀ ਟਾਈਪ ਹੁੰਦੀਆਂ। ਜਦੋਂ ਤੋਂ ਕਾਲਜ ਯੂਨੀਵਰਸਿਟੀ ਵਿੱਚ ਲੋਕਧਾਰਾ ਦੀ ਪੜ੍ਹਾਈ ਸ਼ੁਰੂ ਹੋਈ ਹੈ ਤਾਂ ਅਸੀਂ ਜਿਹੜੇ ਦੇਸ਼ੀ ਸ਼ਬਦ ਛੱਡ ਦਿੱਤੇ ਨੇ, ਥੋੜ੍ਹੇ ਅਸੀਂ ਮਾਡਰਨ ਨਵੇਂ ਸ਼ਬਦ ਅਸੀਂ ਅਪਣਾ ਲਏ, ਲੇਕਿਨ ਬਾਤਾਂ ਉਹੀ ਚੱਲਦੀਆਂ ਆ ਰਹੀਆਂ ਨੇ, ਠੀਕ ਹੈ। ਮੇਨ ਓਰੀਜਨ ਜਿਹੜੀ ਇਹਦਾ ਨੀਂਹ ਹੈਗੀ ਆ ਉਹ ਉਹੀ ਹੈ। ਕਰੈਕਟਰਸ ਜਿਵੇਂ ਹੈਗੇ ਨੇ ਉਹੀ ਨੇ, ਜਿਵੇਂ ਯੂਨਾਨ ਦੀ ਲੂਣਾ ਹੋ ਗਿਆ ਹੈ ਨਾ, ਹੋਰ ਛੋਟੀਆਂ ਸਟੋਰੀਜ਼ ਹੋ ਗਈਆਂ, ਲੇਕਿਨ ਇਹਨਾਂ ਦਾ ਜਿਹੜੇ ਦੇਸੜ ਜੇ ਇਹਨਾਂ ਦੇ ਸ਼ਬਦ ਸੀਗੇ ਉਹ ਹੁਣ ਚੇਂਜ ਹੋ ਗਏ ਹੈ ਨਾ। ਜਿਵੇਂ ਮੈਂ ਹੁਣ ਦੱਸ ਕੇ ਹਟੀ ਹਾਂ ਤੁਹਾਨੂੰ ਕਿ ਇੱਥੇ ਦੀਆਂ ਜਿਹੜੀਆਂ ਬਾਤਾਂ ਨੇ ਉਹ ਬਾਹਰ ਵੀ ਸੁਣੀਆਂ ਸੁਣਾਈਆਂ ਜਾਂਦੀਆਂ ਨੇ। ਬਾਹਰ ਦੀਆਂ ਜਿਹੜੀਆਂ ਕਥਾਵਾਂ, ਜਿਵੇਂ ਹੁਣ ਚਾਹੇ ਚੀਨੀ ਸਟੋਰੀਜ਼ ਜਿਹੜੀਆਂ ਨੇ ਆਪਣੇ ਹਿੰਦੀ ਦੀਆਂ ਬੁੱਕਸ ਦੇ ਵਿੱਚ ਆਉਂਦੀਆਂ ਨੇ 9th 10th ਦੇ ਵਿੱਚ, 7th 8th 9th 10th 'ਚ, ਜਿਹੜੀਆਂ ਇੰਗਲਿਸ਼ ਉਹਨਾਂ ਦਾ ਲਿਟਰੇਚਰ ਹੈ, ਚਾਈਨੀਜ਼ ਲੋਕਾਂ ਦਾ ਜਾਂ ਫਿਰ ਜਾਪਾਨੀ ਲੋਕਾਂ ਦਾ, ਹੈ ਨਾ। ਤਾਂ ਇਹ ਸਾਰੀਆਂ ਸਟੋਰੀਜ਼ ਜਿਹੜੀਆਂ ਨੇ ਆਪਾਂ ਪੰਜਾਬ ਦੇ ਵਿੱਚ ਵੀ ਬੁੱਕਸ 'ਚ ਛਪਦੀਆਂ ਨੇ, ਤਾਂ ਆਪਣੇ ਇੱਥੋਂ ਦੀਆਂ ਵੀ ਬਾਹਰਲੇ ਦੇਸ਼ਾਂ ਵਿੱਚ ਛਪਦੀਆਂ, ਤਾਂ ਇਹ ਸਾਰੀਆਂ ਬਾਤਾਂ ਹੀ ਹੁੰਦੀਆਂ। ਸਿਰਫ ਕੀ ਹੁੰਦਾ, ਲੈਂਗੁਏਜ ਚੇਂਜ ਹੋ ਜਾਂਦੀ ਹੈ ਥੋੜ੍ਹੇ ਜਿਹੇ। ਆਪਣੇ ਜਿਹੜੇ ਦੇਸੀ ਸ਼ਬਦ ਨੇ ਉਹ ਜਿਹੜੇ ਉੱਥੇ ਹੁੰਦੇ ਨੇ, ਉਹਨਾਂ ਨੇ ਨਿਊ ਸ਼ਬਦ ਆਪਣੇ ਅਕੋਰਡਿੰਗ ਜਿਹੜੇ ਨੇ ਯੂਜ਼ ਕਰ ਲੈਂਦੇ ਨੇ। ਤਾਂ ਅਸੀਂ ਇਹਨਾਂ ਬਾਤਾਂ ਨੂੰ ਲੋਕ ਕਹਾਣੀ ਹੀ ਕਹਿਣਾ ਸ਼ੁਰੂ ਕਰਤਾ। ਤਾਂ ਲੋਕ ਕਹਾਣੀ ਦੀ ਰਚਨਾ ਜਿਹੜੀ ਹੈ ਲੋਕਾਂ ਦੁਆਰਾ ਹੀ ਹੁੰਦੀ ਆ, ਓਬਵੀਅਸ, ਕਿਉਂਕਿ ਲੋਕ ਪਲੱਸ ਕਹਾਣੀ, ਲੋਕ ਦਾ ਮਤਲਬ ਲੋਕਾਂ ਦੁਆਰਾ ਜਿਹੜੀ ਸਿਰਜਣਾ ਕੀਤੀ ਜਾਵੇ, ਕਹਾਣੀ ਮਤਲਬ ਟੇਲਜ਼, ਸਟੋਰੀਜ਼। ਬਾਤਾਂ ਜਾਂ ਲੋਕ ਕਹਾਣੀਆਂ ਦੀ ਰਚਨਾ ਕਿਸੇ ਇੱਕ ਮਨੁੱਖ ਦੁਆਰਾ ਨਹੀਂ ਕੀਤੀ ਜਾਂਦੀ, ਜਿਵੇਂ ਕਿ ਆਪਾਂ ਪਿਛਲੇ ਚੈਪਟਰ 'ਚ ਵੀ ਲੋਕ ਸਾਹਿਤ ਵਾਲੇ 'ਚ ਕੀਤਾ ਕਿ ਸਾਹਿਤ ਜਿਹੜਾ ਹੈ ਇੱਕ ਬੰਦੇ ਤੋਂ ਨਹੀਂ ਸਿਰਜਿਆ ਜਾਂਦਾ ਹੈਗਾ। ਲੋਕ ਸਾਹਿਤ ਯਾਨੀ ਕਿ ਕੋਲੈਕਟਿਵ ਹੁੰਦਾ, ਸਮੂਹ ਦੇ ਦੁਆਰਾ, ਲੋਕ ਸਮੂਹ ਦੁਆਰਾ ਇਹਦੀ ਰਚਨਾ ਕੀਤੀ ਜਾਂਦੀ ਹੈ। ਪਰ ਇਹਦਾ ਇਹ ਵੀ ਮਤਲਬ ਨਹੀਂ ਹੈ ਕਿ ਕਿਸੇ ਇੱਕ ਥਾਂ ਦੇ ਉੱਤੇ 10-15 ਬੰਦੇ ਇਕੱਠੇ ਹੋ ਗਏ ਅਤੇ ਉਹਨਾਂ ਨੇ ਕਹਾਣੀਆਂ ਸੁਣਾਉਣੀਆਂ ਸਟਾਰਟ ਕਰਤੀਆਂ, ਇੱਦਾਂ ਨਹੀਂ ਹੈ। ਪਹਿਲਾਂ ਕੀ ਹੁੰਦਾ ਸੀ ਕਿ ਵੱਡੇ ਟੱਬਰ ਹੁੰਦੇ ਸੀ ਤਾਂ ਦਾਦੀਆਂ ਨਾਨੀਆਂ ਕੀ ਕਰਦੀਆਂ ਸੀਗੀਆਂ, ਸਾਰੇ ਮੰਜੇ ਬਾਹਰ ਵਿਹੜੇ 'ਚ ਲੱਗੇ ਹੁੰਦੇ ਸੀ ਤਾਂ ਸਟੋਰੀਆਂ ਸੁਣਾਉਂਦੀ ਸੀ, ਸਾਰੇ ਬੱਚੇ ਸੁਣਦੇ ਹੁੰਦੇ ਸੀ। ਤਾਂ
ਅੱਗੇ ਦੀ ਅੱਗੇ ਸਟੋਰੀਆਂ ਜਿਹੜੀਆਂ ਨੇ ਵੱਧਦੀਆਂ ਗਈਆਂ ਤਾਂ ਇੱਥੋਂ ਹੀ ਲੋਕ ਕਹਾਣੀ ਦੀ ਸਿਰਜਣਾ ਹੋਈ ਹੈ। ਤੇ ਕੋਈ ਪ੍ਰਤਿਭਾਸ਼ਾਲੀ ਵਿਅਕਤੀ ਜਿਹੜਾ ਹੈ ਆਪਣੇ ਅਕੋਰਡਿੰਗ ਜਿਹੜਾ ਹੈ ਸਟੋਰੀਆਂ ਨੂੰ ਸਿਰਜਦਾ ਹੈ। ਕਈ ਵਾਰ ਸੱਚੀਆਂ ਹੁੰਦੀਆਂ, ਕਈ ਵਾਰ ਇਮੈਜੀਨੇਸ਼ਨ ਹੁੰਦੀ ਹੈ। ਤੇ ਜਿਹੜਾ ਲੋਕਾਂ ਨੂੰ ਕੋਈ ਕਥਾ ਕਹਾਣੀ ਸੁਣਾਉਂਦਾ ਸੀ, ਫਿਰ ਉਹ ਲੋਕ ਅੱਗੇ ਆਪਣਾ ਜਿਹੜਾ ਸੀਗਾ ਆਪਣੇ ਸਟੋਰੀ ਸ਼ਬਦ ਐਡ ਕਰਕੇ, ਆਪਣੇ ਐਕਸਪ੍ਰੈਸ਼ਨਸ ਐਡ ਕਰਕੇ ਉਹਨੂੰ ਹੋਰ ਪੱਕੀ ਕਰ ਦਿੰਦੇ ਸੀ, ਹੋਰ ਉਸਨੂੰ ਮੋਡੀਫਾਈ ਕਰ ਦਿੰਦੇ ਸੀ। ਤੇ ਅੱਗੇ ਅੱਗੇ ਜਨਰੇਸ਼ਨ ਟੂ ਜਨਰੇਸ਼ਨ, ਪੀੜ੍ਹੀ ਦਰ ਪੀੜ੍ਹੀ ਹਸਤਾਂਤਰਿਤ ਹੁੰਦੀ ਗਈ। ਹੁਣ ਲੋਕ ਕਹਾਣੀ ਅਤੇ ਸਾਹਿਤਕ ਕਹਾਣੀਆਂ ਜਿਹੜੀਆਂ ਨੇ ਵੱਖਰੀ ਵੱਖਰੀਆਂ ਹੁੰਦੀਆਂ ਨੇ। ਕਿਉਂਕਿ ਲੋਕ ਕਹਾਣੀਆਂ ਕੀ ਹੁੰਦੀਆਂ ਨੇ, ਜਿਹੜੀਆਂ ਔਰਲ ਹੁੰਦੀਆਂ ਨੇ, ਮੌਖਿਕ ਹੁੰਦੀਆਂ ਨੇ ਅਤੇ ਬਹੁਤ ਸਾਰੇ ਸਮੂਹ ਦੇ ਦੁਆਰਾ ਸਿਰਜੀਆਂ ਜਾਂਦੀਆਂ ਨੇ। ਸਾਹਿਤਕ ਕਹਾਣੀ ਕੀ ਹੁੰਦੀ ਹੈ, ਜਦੋਂ ਇੱਕ ਲੇਖਕ ਦਾ ਨਾਮ ਜੁੜਿਆ ਹੁੰਦਾ, ਇੱਕ ਲੇਖਕ ਦੀ ਮੋਹਰ ਲੱਗੀ ਹੁੰਦੀ ਹੈਗੀ ਹੈ, ਠੀਕ ਹੈ, ਤਾਂ ਉਸਨੂੰ ਅਸੀਂ ਸਾਹਿਤਕ ਕਹਾਣੀ ਕਹਿੰਦੇ। ਜਿਵੇਂ ਹੁਣ ਇਹ ਵਾਲਾ ਲੇਖ ਹੈ, ਠੀਕ ਹੈ, ਇਹ ਲੇਖਕ ਕਿਸ ਦਾ ਹੈਗਾ, ਆਪਾਂ ਹੁਣੇ ਪੜ੍ਹ ਕੇ ਹਟੇ ਹਾਂ। ਇਹ ਲੇਖ ਜਿਹੜਾ ਹੈ ਜੋਗਿੰਦਰ ਸਿੰਘ ਕੈਰੋਂ ਦਾ ਲਿਖਿਆ ਹੋਇਆ। ਤਾਂ ਹੁਣ ਮਤਲਬ ਉਸਦੀ ਸਟੈਂਪ ਲੱਗੀ ਹੈ। ਇਹ ਕੀ ਹੈਗੀ ਹੈ, ਸਾਹਿਤਕ ਲੇਖ ਹੈ, ਸਾਹਿਤਕ ਨਿਬੰਧ ਆ। ਪਰ ਜੇ ਆਪਾਂ ਕਹੀਏ ਕਿ ਇੱਦਾਂ ਦਾ ਹੀ ਕੋਈ ਕਹਾਣੀ ਲਿਖੀ ਹੋਈ, ਤਾਂ ਆਪਾਂ ਦੇਖਦੇ ਹੈਗੇ ਹਾਂ ਕਿ ਉਸਦੀ ਸਾਹਿਤਕ ਮੋਹਰ ਲੱਗੀ ਹੋਈ ਹੁੰਦੀ ਹੈ, ਉਸਦਾ ਨਾਮ ਬਕਾਇਦਾ ਦਿੱਤਾ ਹੁੰਦਾ। ਤਾਂ ਲੋਕ ਕਹਾਣੀ ਦਾ ਕੋਈ ਵੀ ਸਿਰਜਣਾਕਾਰ ਨਹੀਂ ਹੁੰਦਾ, ਇਹ ਪੀੜ੍ਹੀ ਦਰ ਪੀੜ੍ਹੀ ਅੱਗੇ ਵੱਧਦੇ ਰਹਿੰਦੇ, ਕੋਈ ਵੀ ਨਾਮ ਨਹੀਂ। ਹੁਣ ਦੇਖੋ, ਜੇ ਆਪਾਂ ਕਹੀਏ ਕਿਸੇ ਸਟੋਰੀ ਦਾ ਯੂਨਾਨ ਦੀ ਲੂਣਾ ਦਾ, ਤਾਂ ਉਸਦੇ ਪਿੱਛੇ ਕੀ ਸਟੋਰੀ ਹੈਗੀ ਹੈ, ਕਿਸ ਨੇ ਸਿਰਜੀ ਸੀ, ਤਾਂ ਆਪਾਂ ਨੂੰ ਨਹੀਂ ਪਤਾ, ਹੈ ਨਾ। ਤਾਂ ਲੋਕ ਕਹਾਣੀਆਂ ਦਾ ਜਿਹੜੀ ਪਹਿਚਾਣ ਹੁੰਦੀ ਹੈ ਉਹ ਵੱਖਰੀ ਹੁੰਦੀ ਹੈ। ਸਾਹਿਤਕ ਕਹਾਣੀ ਦੇ ਨਾਲ ਕੋਈ ਲੇਖਕ ਜ਼ਰੂਰ ਜੁੜਿਆ ਹੁੰਦਾ, ਜਦੋਂ ਕਿ ਲੋਕ ਕਹਾਣੀ ਸਿਰਫ ਸਾਂਝੀ ਹੁੰਦੀ ਹੈ। ਉਸਨੂੰ ਸੁਣਾਉਣ ਦਾ, ਉਸਨੂੰ ਸੁਣਨ ਦਾ ਹਰੇਕ ਕੋਲੇ ਅਧਿਕਾਰ ਹੁੰਦਾ ਹੈ। ਬੇਸ਼ੱਕ ਜਿਹੜਾ ਸੁਣਾਉਣ ਵਾਲਾ ਆਪਣੀ ਲੈਂਗੁਏਜ 'ਚ ਉਸਨੂੰ ਸੁਣਾਉਂਦਾ, ਬੋਲੀ ਦੇ ਵਿੱਚ ਸੁਣਾਉਂਦਾ ਹੈ, ਪਰ ਬੁਨਿਆਦੀ ਢਾਂਚਾ ਜਿਹੜੇ ਮੇਨ ਥਿੰਗ ਹੈ ਉਹਦੇ ਵਿੱਚ ਉਹ ਉਹੀ ਰਹਿੰਦੀ ਹੈ। ਸਿਰਫ ਥੋੜ੍ਹਾ ਬਹੁਤਾ ਜਿਹੜਾ ਹੈ ਉਹ ਆਪਣੀ ਇਮੈਜੀਨੇਸ਼ਨ ਐਡ ਕਰ ਦਿੰਦਾ। ਇਸ ਤੋਂ ਇਹ ਗੱਲ ਪਤਾ ਲੱਗਦੀ ਹੈ ਕਿ ਲੋਕ ਕਹਾਣੀ ਆਪਣੇ ਪਾਤਰਾਂ ਅਤੇ ਆਪਣੀ ਬਣਤਰ ਕਰਕੇ ਭਾਸ਼ਾ ਤੋਂ ਮੁਕਤ ਕੋਈ ਵੀ ਵੱਖਰੀ ਹਸਤੀ ਹੈ। ਤਾਂ ਲੋਕ ਕਹਾਣੀ ਦੇ ਵਿੱਚ ਕੋਈ ਵੀ ਭਾਸ਼ਾ ਯੂਜ਼ ਕੀਤੀ ਜਾ ਸਕਦੀ ਹੈ, ਪਰ ਸਾਹਿਤਕ ਕਹਾਣੀ ਦੇ ਵਿੱਚ ਲੇਖਕ ਜਿਹੜਾ ਹੈ ਆਪਣੀ ਭਾਸ਼ਾ ਨੂੰ ਬਹੁਤ ਵਿਆਕਰਨਬੱਧ ਰੂਪ ਦੇ ਵਿੱਚ ਖੂਬਸੂਰਤੀ ਤਰੀਕੇ ਦੇ ਨਾਲ ਜਿਹੜਾ ਹੈ ਪੇਸ਼ ਕਰਦਾ ਹੈ। ਲੋਕ ਕਹਾਣੀ ਵਿਆਕਰਣ ਨਿਯਮਾਂ ਤੋਂ ਜਿਹੜੀ ਹੁੰਦੀ ਆ ਅਲੱਗ ਹੁੰਦੀ ਆ। ਹੁਣ ਲੋਕ ਕਹਾਣੀਆਂ ਦੀ ਖਾਨਾਬਦੋਸ਼ੀ। ਲੋਕ ਕਹਾਣੀ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਦੇ ਵਿੱਚ ਹਸਤਾਂਤਰਿਤ ਹੁੰਦੀ ਰਹਿੰਦੀ ਹੈ। ਇੱਕ ਸੱਭਿਆਚਾਰ ਤੋਂ ਦੂਜੇ ਸੱਭਿਆਚਾਰ ਵੱਲ ਸਫ਼ਰ ਤੈਅ ਕਰਦੀ ਹੈ। ਭੂਗੋਲਿਕ ਹੱਦਬੰਦੀਆਂ, ਯਾਨੀ ਕਿ ਭੂਗੋਲਿਕ ਜਿਹੜੀਆਂ ਲਿਮਿਟਸ ਆ ਉਹਨਾਂ ਨੂੰ ਪਾਰ ਕਰ ਲੈਂਦੀ ਹੈ, ਅਤੇ ਕਿਸੇ ਹੋਰ ਰੀਜ਼ਨ ਦੇ ਭੂਗੋਲ ਦੇ ਖੇਤਰ ਦੇ ਸੱਭਿਆਚਾਰ ਦੇ ਵਿੱਚ ਰੰਗੀ ਜਾਂਦੀ ਹੈ, ਜਿਸ ਵਿੱਚ ਉਸਨੇ ਪ੍ਰਵੇਸ਼ ਕੀਤਾ ਹੁੰਦਾ ਹੈ। ਬੇਸ਼ੱਕ ਉਸਦਾ ਮੂਲ ਢਾਂਚਾ, ਦੇਖੋ ਮੈਂ ਹੁਣੇ ਕਹਿ ਕੇ ਹਟੀ ਹਾਂ, ਲੋਕ ਕਹਾਣੀ ਦਾ ਮੂਲ ਢਾਂਚਾ ਤਾਂ ਉਹੀ ਰਹਿੰਦਾ ਹੈ, ਪਰ ਜਿਹੜਾ ਹੈ ਉਹ ਹੋਰ ਸੱਭਿਆਚਾਰਾਂ, ਹੋਰ ਰੀਜ਼ਨ ਦੇ ਸੱਭਿਆਚਾਰ ਦੇ ਵਿੱਚ ਜਿਹੜੀ ਹੈ ਰਚੀ ਜਾਂਦੀ ਹੈ ਅਤੇ ਰੰਗੀ ਜਾਂਦੀ ਹੈ। ਅਤੇ ਲੋਕ ਕਹਾਣੀਆਂ ਨੂੰ ਅਸੀਂ ਤਾਂ ਹੀ ਖਾਨਾਬਦੋਸ਼ੀ ਕਹਾਣੀਆਂ ਵੀ ਕਹਿੰਦੇ ਹਾਂ, ਕਿਉਂਕਿ ਇਹ ਰੀਜ਼ਨ ਟੂ ਰੀਜ਼ਨ ਜਾ ਕੇ ਅਲੱਗ ਹੋ ਜਾਂਦੀ ਹੈ, ਲੇਕਿਨ ਮੇਨ ਕੰਸੈਪਟ ਜਿਹੜਾ ਹੈ ਇਹਦਾ ਇਹੀ ਰਹਿੰਦਾ। ਲੈਂਗੁਏਜ ਚੇਂਜ ਹੋ ਸਕਦੀ ਹੈ, ਵਿੱਚ ਥੋੜ੍ਹੀਆਂ ਜਿਹੀਆਂ ਐਡੀਸ਼ਨਸ ਹੋ ਸਕਦੀਆਂ ਨੇ। ਲੋਕ ਕਹਾਣੀ ਵਿੱਚ ਤਬਦੀਲੀਆਂ। ਲੋਕ ਕਹਾਣੀ ਵਿੱਚ ਤਬਦੀਲੀਆਂ ਬਾਰੇ ਕਿਹਾ ਜਾਂਦਾ ਹੈ ਕਿ ਕਹਾਣੀ ਸੁਣਾਉਣ ਵਾਲਾ ਸੁਣਨ ਵਾਲਿਆਂ ਤੋਂ ਬੜਾ ਸੁਚੇਤ ਹੁੰਦਾ ਹੈ, ਠੀਕ ਹੈ। ਜੇਕਰ ਉਹ ਸਰੋਤਿਆਂ ਦੇ ਚਿਹਰਿਆਂ ਉੱਤੇ ਕਿਸੇ ਉਲਝਣ ਜਾਂ ਸ਼ੰਕਾ ਦਾ ਨਿਸ਼ਾਨ ਦੇਖਦਾ ਹੈ, ਤਾਂ ਉਹ ਆਪਣੀ ਗੱਲ ਸਪਸ਼ਟ ਕਰਨ ਲਈ ਹੋਰ ਵੀ ਵਿਆਖਿਆ ਦੇ ਦਿੰਦਾ ਹੈ। ਕਈ ਵਾਰ ਸਰੋਤਿਆਂ ਦੇ ਸਵਾਲ ਪੁੱਛਣ 'ਤੇ ਕਹਾਣੀ ਸੁਣਾਉਣ ਦੁਆਰਾ ਦਿੱਤੇ ਗਏ ਜਵਾਬ ਵੀ ਕਹਾਣੀ ਦਾ ਹਿੱਸਾ ਬਣ ਜਾਂਦੇ ਨੇ। ਮਤਲਬ ਸਟੋਰੀ ਨੂੰ ਹੋਰ ਐਕਸਪਲੇਨ ਉਹ ਕਰੀ ਜਾਂਦਾ ਹੈ, ਪਲੱਸ ਉਸ 'ਚ ਥੋੜ੍ਹੀ ਜਿਹੀ ਇਮੈਜੀਨੇਸ਼ਨ, ਆਪਣੀ ਕਲਪਨਾ ਸ਼ਕਤੀ ਵੀ ਐਡ ਜਿਹੜੀ ਹੈ ਵਧਾ ਦਿੰਦਾ ਹੈ। ਇਸ ਤਰ੍ਹਾਂ ਲੋਕ ਕਹਾਣੀਆਂ ਵਿੱਚ ਵਾਧਾ ਅਤੇ ਘਾਟਾ ਹੁੰਦਾ ਰਹਿੰਦਾ ਹੈ, ਅਤੇ ਲੋਕ ਕਹਾਣੀ ਦਾ ਪਰੰਪਰਾ ਦੇ ਨਾਲ ਸੰਬੰਧ ਹੁੰਦਾ ਹੈ, ਟਰੈਡੀਸ਼ਨ ਦੇ ਨਾਲ, ਅਤੇ ਇਸ ਨੂੰ ਲੋਕ ਮੂੰਹੋਂ ਮੂੰਹੀਂ ਇੱਕ ਦੂਜੇ ਨੂੰ ਸੁਣਾਉਂਦੇ ਰਹਿੰਦੇ ਨੇ। ਸਮਾਜਿਕ ਸਥਾਨਕ ਰੰਗ ਵਿੱਚ ਇਹਨੂੰ ਰੰਗਦੇ ਰਹਿੰਦੇ ਨੇ, ਅਤੇ ਆਮ ਤੌਰ 'ਤੇ ਇਹ ਜਿੱਤ ਮੁਖੀ ਹੁੰਦਾ ਹੈ। ਜਿਹੜੀ ਆਪਣੀ ਲੋਕ ਕਹਾਣੀ ਹੁੰਦੀ ਹੈ ਜਿੱਤ ਮੁਖੀ ਹੁੰਦੀ ਹੈ, ਬਹੁਤ ਹੀ ਆਸਾਨੀ ਦੇ ਨਾਲ ਜਿਹੜੀ ਹੈ ਅੱਗੇ ਅੱਗੇ ਚੱਲਦੀ ਰਹਿੰਦੀ ਹੈ, ਅਤੇ ਇਸ ਦਾ ਸਿੱਖਿਆ ਵੀ ਹੁੰਦਾ, ਇਸ ਵਿੱਚ ਸੰਦੇਸ਼ ਵੀ ਦਿੱਤਾ ਜਾਂਦਾ ਹੈ, ਇਹ ਸੁਨੇਹਾ ਵੀ ਸਾਨੂੰ ਦਿੰਦੀ ਹੈਗੀ ਹੈ, ਅਤੇ ਮੋਰਲ ਭਰਪੂਰ ਹੁੰਦੀ ਆ। ਲੋਕ ਕਹਾਣੀਆਂ ਦੀਆਂ ਕਿਸਮਾਂ। ਹੁਣ ਲੋਕ ਕਹਾਣੀ ਦੀਆਂ ਕਿਸਮਾਂ ਕੀ ਨੇ, ਇਹਨਾਂ ਵਿੱਚ ਵੱਡਾ ਭਾਗ ਕੀ ਹੁੰਦਾ, ਪਰੀ ਕਹਾਣੀਆਂ ਦਾ, ਜਨੌਰਾਂ ਦੀਆਂ ਕਹਾਣੀਆਂ ਦਾ ਹੁੰਦਾ, ਪੰਛੀ ਦੀਆਂ ਕਹਾਣੀਆਂ। ਦੂਜੀ ਕਿਸਮ ਦੀ ਲੋਕ ਕਹਾਣੀਆਂ 'ਚ ਨੀਤੀ ਕਥਾਵਾਂ, ਪਸ਼ੂ ਕਹਾਣੀਆਂ ਹੁੰਦੀਆਂ ਨੇ। ਪਰੀ ਕਹਾਣੀਆਂ ਦਾ ਸੰਬੰਧ ਜਿਹੜਾ ਹੈ ਅਦਭੁਤ ਵਰਤਾਰੇ ਦੇ ਨਾਲ ਹੁੰਦਾ, ਠੀਕ ਹੈ। ਪਰੀਆਂ ਦਾ ਦੇਸ਼ ਹੁੰਦਾ ਹੈ, ਉਹਦੇ ਵਿੱਚ ਵਾਈਟ ਕਲਰ ਦੇ ਪੰਖਾਂ ਵਾਲੀ ਪਰੀ ਸੀ। ਸੋ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ, ਬਹੁਤ ਸੋਹਣੀ ਸੀਗੀ, ਹੈ ਨਾ। ਇੱਕ ਜਗ੍ਹਾ ਤੋਂ ਉੱਡ ਕੇ ਦੂਜੀ ਜਗ੍ਹਾ ਜਾ ਰਹੀ ਸੀ, ਉੱਥੇ ਉਸਨੂੰ ਕਿਸੇ ਨੇ ਬੰਦੀ ਬਣਾ ਲਿਆ, ਪਿੰਜਰੇ 'ਚ ਕੈਦ ਕਰਤਾ। ਸੋ ਐਵੇਂ ਦੀਆਂ ਸਟੋਰੀਆਂ। ਤਾਂ ਇਸ ਵਿੱਚ ਪਰਾਭੌਤਿਕ ਅੰਸ਼ ਜਿਹੜੀ ਹੈ, ਪਰਾਭੌਤਿਕ ਹੁੰਦਾ ਬਹੁਤ ਹੀ ਜ਼ਿਆਦਾ, ਆਪਾਂ ਕਹਿ ਸਕਦੇ ਹਾਂ ਕਾਲਪਨਿਕ ਅੰਸ਼ ਥੋੜ੍ਹਾ ਜਿਹਾ ਜ਼ਿਆਦਾ ਹੁੰਦਾ। ਮੂਲ ਸਮੱਸਿਆ ਵਿਆਹ ਦੀ ਹੁੰਦੀ ਹੈ। ਜਨੌਰ ਕਹਾਣੀਆਂ ਦਾ ਸੰਬੰਧ ਜਾਨਵਰਾਂ ਨਾਲ ਹੁੰਦਾ, ਅਤੇ ਉਹਨਾਂ ਦੀਆਂ ਆਦਤਾਂ ਅਤੇ ਸੁਭਾਅ ਦੇ ਬਾਰੇ ਦੱਸਿਆ ਜਾਂਦਾ, ਜਿਵੇਂ ਕਿ ਤੋਤਾ ਮੈਨਾ ਦੀਆਂ ਕਹਾਣੀਆਂ ਬੜੀਆਂ ਪ੍ਰਸਿੱਧ ਨੇ ਜਨੌਰਾਂ ਦੀਆਂ ਕਹਾਣੀਆਂ 'ਚ।
ਨੀਤੀ ਕਥਾਵਾਂ ਵਿੱਚ ਜਾਨਵਰਾਂ ਅਤੇ ਪਸ਼ੂਆਂ ਦੀਆਂ ਕਹਾਣੀਆਂ ਦੇ ਨਾਲ ਮਨੁੱਖ ਨੂੰ ਕੋਈ ਸਿੱਖਿਆ ਦੇਣ ਦਾ ਯਤਨ ਕੀਤਾ ਗਿਆ ਹੁੰਦਾ ਹੈ ਨਾ। ਸੋ ਐਵੇਂ ਦੀਆਂ ਕਹਾਣੀਆਂ, ਜਿਵੇਂ ਕਿ ਨੀਤੀ ਕਥਾਵਾਂ 'ਚ ਲਾਲਚ ਬੁਰੀ ਬਲਾ ਹੈ, ਕੁੱਤੇ ਵਾਲੀ ਸਟੋਰੀ ਹੈ ਨਾ, ਤਾਂ ਇਹ ਵੀ ਲੋਕ ਕਹਾਣੀ ਹੈ। ਹੁਣ ਤੁਸੀਂ ਇਹ ਦੇਖੋ ਵੀ ਉਹਨੇ ਆਪਣਾ ਪਰਛਾਵਾਂ ਦੇਖਿਆ ਹੋਏਗਾ ਤੇ ਮੀਟ ਦਾ ਟੁਕੜਾ ਥੱਲੇ ਸਿੱਟ ਦਿੱਤਾ ਹੋਏਗਾ। ਇਮੈਜੀਨੇਸ਼ਨ ਹੈ, ਪੂਰੀ ਕਲਪਨਾ ਹੀ ਹੈ। ਲੇਕਿਨ ਜਾਨਵਰਾਂ ਦੇ ਬਿਹਾਫ ਦੇ ਉੱਤੇ ਸਾਨੂੰ ਕੀ ਦੇਣ ਦਾ ਯਤਨ ਕੀਤਾ ਗਿਆ ਹੈਗਾ, ਮਨੁੱਖ ਨੂੰ ਸਿੱਖਿਆ। ਕਿਹੜੀ ਸਿੱਖਿਆ? ਲਾਲਚ ਬੁਰੀ ਬਲਾ ਹੈ, ਅੰਗੂਰ ਖੱਟੇ ਨੇ, ਹੈ ਨਾ, ਜਿੱਥੇ ਚਾਹ ਉੱਥੇ ਰਾਹ ਵਾਲੀ ਸਟੋਰੀ, ਕਾਂ ਵਾਲੀ। ਤਾਂ ਇੱਦਾਂ ਦੀਆਂ ਸਟੋਰੀਆਂ। ਕਹਾਣੀਆਂ ਵਿੱਚ ਪਰਿਵਰਤਨ। ਇੱਕੋ ਰੂੜੀ ਦੀ ਲੋਕ ਕਹਾਣੀ ਵੱਖ-ਵੱਖ ਭਾਸ਼ਾਵਾਂ ਅਤੇ ਸੱਭਿਆਚਾਰ 'ਚ ਪਹੁੰਚ ਕੇ ਪਰਿਵਰਤਿਤ ਹੋ ਜਾਂਦੀ ਹੈ। ਪੰਜਾਬੀ ਵਿੱਚ ਦਿਲਬਰ ਚੋਰ ਨਾਂ ਦੀ ਕਹਾਣੀ ਹੀ ਅਜਿਹੀ ਕਹਾਣੀ ਹੈ ਜਿਹੜੀ ਕਿ ਥੋੜ੍ਹੇ ਬਹੁਤੇ ਪਰਿਵਰਤਨ ਨਾਲ ਹਿੰਦੀ ਦੇ ਵਿੱਚ ਵੀ ਮਿਲਦੀ ਹੈ, ਹੋਰ ਭਾਸ਼ਾਵਾਂ 'ਚ ਵੀ ਮਿਲਦੀ ਹੈ। ਇਸੇ ਤਰ੍ਹਾਂ ਬੀਬੀ ਰਜਨੀ ਦੀ ਲੋਕ ਕਹਾਣੀ ਹੈ। ਇਹ ਕਹਾਣੀ ਬ੍ਰਿਜ ਭਾਸ਼ਾ ਵਿੱਚ ਅਤੇ ਸ਼ੇਕਸਪੀਅਰ ਦੇ ਨਾਟਕ ਕਿੰਗ ਲੀਅਰ ਦੇ ਵਿੱਚ ਵੀ ਹੈਗੀ ਹੈ। ਕਹਾਣੀ ਦੀ ਸੰਸਾਰ ਭਰ ਦੇ ਵਿੱਚ ਖਾਨਾਬਦੋਸ਼ੀ ਕਿਵੇਂ ਚੱਲ ਰਹੀ ਹੈ। ਹੁਣ ਦੇਖੋ, ਖਾਨਾਬਦੋਸ਼ੀ ਬਾਰੇ ਵੱਖ-ਵੱਖ ਵਿਚਾਰ ਨੇ। ਬਹੁਤ ਸਾਰੀਆਂ ਕਹਾਣੀਆਂ ਜਿਹੜੀਆਂ ਲੋਕ ਕਹਾਣੀਆਂ ਹੁੰਦੀਆਂ, ਅਰਬੀ, ਫਾਰਸੀ, ਹੀਬਰੂ ਭਾਸ਼ਾ ਦੇ ਵਿੱਚ, ਇਤਾਲਵੀ ਦੇ ਵਿੱਚ, ਇਟਾਲੀਅਨ ਲੈਂਗੁਏਜ 'ਚ, ਅੰਗਰੇਜ਼ੀ ਵਿੱਚ ਪਹੁੰਚੀਆਂ, ਫਿਰ ਸਾਰੇ ਸੰਸਾਰ 'ਚ ਫੈਲ ਗਈਆਂ। ਸਭ ਤੋਂ ਪਹਿਲਾਂ ਅਰਬੀ 'ਚ, ਫਿਰ ਫਾਰਸੀ 'ਚ, ਹੀਬਰੂ ਭਾਸ਼ਾ ਦੇ ਵਿੱਚ ਅਤੇ ਇਟਾਲੀਅਨ ਦੇ ਵਿੱਚ। ਇਸ ਦਾ ਕਾਰਨ ਇਹ ਹੈ ਕਿ ਕਿਸੇ ਇੱਕ ਲੋਕ ਕਹਾਣੀ ਦੀ ਤੰਦ ਫੜੋ, ਤੁਹਾਨੂੰ ਸਾਰੀਆਂ ਸੰਸਾਰ ਦੀਆਂ ਲੋਕ ਕਹਾਣੀਆਂ, ਕਿਉਂਕਿ ਇਹ ਇੱਕ ਦੂਜੀ ਸਟੋਰੀ ਦੇ ਨਾਲ ਕੀ ਨੇ, ਜੁੜੀਆਂ ਹੋਈਆਂ ਨੇ, ਤਾਂ ਤੁਹਾਡਾ ਸਾਰਾ ਤਾਣਾ ਬਾਣਾ ਹਿਲ ਜਾਂਦਾ ਹੈ। ਇਸ ਪ੍ਰਕਾਰ ਇਸ ਨਿਬੰਧ ਵਿੱਚ ਕਹਾਣੀਕਾਰ ਨੇ ਜਿੱਥੇ ਲੋਕ ਕਹਾਣੀ ਦੀ ਉਤਪੱਤੀ, ਇਸਦੇ ਸਰੂਪ, ਇਸਦੀਆਂ ਕਿਸਮਾਂ ਦੇ ਬਾਰੇ ਜਾਣਕਾਰੀ ਦਿੱਤੀ ਹੈ, ਉੱਥੇ ਇੱਕ ਭੂਗੋਲਿਕ ਖਿੱਤੇ ਅਤੇ ਸੱਭਿਆਚਾਰ, ਦੂਜੇ ਭੂਗੋਲਿਕ ਖਿੱਤੇ ਅਤੇ ਸੱਭਿਆਚਾਰ ਵਿੱਚ ਪ੍ਰਵੇਸ਼ ਕਰਕੇ, ਮਤਲਬ ਇੱਕ ਜੋਗ੍ਰਾਫੀਕਲ ਲੋਕੇਸ਼ਨ ਤੋਂ ਦੂਜੀ ਜੋਗ੍ਰਾਫੀਕਲ ਲੋਕੇਸ਼ਨ ਅਤੇ ਕਲਚਰ 'ਚ ਜਦੋਂ ਇਹ ਪਹੁੰਚਦੀ ਹੈ, ਤਾਂ ਇਹ ਖਾਨਾਬਦੋਸ਼ੀ ਨਾਲ ਉਸ ਵਿੱਚ ਹੋਣ ਵਾਲੇ ਪਰਿਵਰਤਨ ਨੂੰ ਇੱਕ ਵਿਸ਼ੇ ਦੇ ਰੂਪ ਦੇ ਵਿੱਚ ਲਿਆ ਗਿਆ ਅਤੇ ਇਸ ਨੂੰ ਬੜੀ ਵਿਦਵਤਾ ਦੇ ਨਾਲ, ਬੜੇ ਹੀ ਬੌਧਿਕ ਤਰੀਕੇ ਨਾਲ ਨਿਭਾਇਆ ਗਿਆ। ਇਸ ਨਿਬੰਧ ਦੀ ਜਿਹੜੀ ਭਾਸ਼ਾ ਹੈ ਬੜੀ ਸੁਆਦਲੀ, ਰੋਚਕ ਅਤੇ ਅਰਥ ਭਰਪੂਰ ਹੈ। ਸੋ ਇਹ ਸੀ ਅੱਜ ਦਾ ਵੀਡੀਓ। ਮਿਲਦੇ ਹਾਂ ਆਪਾਂ ਨਵੇਂ ਵੀਡੀਓ ਦੇ ਨਾਲ। ਥੈਂਕ ਯੂ ਸੋ ਮਚ।